मैं पढ़ देनी पास्टर जी, कित्थे तक पढ़ना? ਅਸੀਂ ਇਸ ਦੀ ਜਿੱਥੇ ਲਿਖਿਆ ਪ੍ਰਭੂ ਯਿਸੂ ਨੂੰ ਸਲੀਬ ਦਿੱਤਾ ਜਾਣਾ 17 ਆਇਤ ਤੋਂ ओके, ਇਸ ਲਈ ਉਹ ਯਿਸੂ ਨੂੰ ਲੈ ਗਏ ਤੇ 17ਵੀਂ ਆਇਤ ਤੋਂ ਲੈ ਕੇ ਅਸੀਂ 27 ਆਇਤ ਤੱਕ ਪੜਾਂਗੇ। ओके। पन्ना हैगा 201। प्रभु यीशु ਨੂੰ ਸਲੀਬ ਦਿੱਤਾ ਜਾਣਾ। ਇਸ ਲਈ ਉਹ ਯਿਸੂ ਨੂੰ ਲੈ ਗਏ। ਉਹ ਆਪ ਆਪਣੀ ਸਲੀਬ ਚੁੱਕੀ ਹੋਈ ਬਾਹਰ ਆਏ ਅਤੇ ਖੋਪਰੀ ਨਾਂ ਦੀ ਥਾਂ ਉੱਤੇ ਗਏ ਜੋ ਇਬਰਾਨੀ ਬੋਲੀ ਵਿੱਚ ਗੁਲਗਤਾ ਅਖਵਾਉਂਦੀ ਹੈ। ਉੱਥੇ ਉਹਨਾਂ ਯਿਸੂ ਨੂੰ ਅਤੇ ਹੋਰ ਦੋ ਆਦਮੀਆਂ ਨੂੰ ਸਲੀਬ ਉੱਤੇ ਚੜਾਇਆ, ਇੱਕ ਨੂੰ ਸੱਜੇ ਅਤੇ ਦੂਜੇ ਨੂੰ ਖੱਬੇ ਪਾਸੇ ਅਤੇ ਵਿਚਕਾਰ ਯਿਸੂ ਨੂੰ। ਪਿਲਾਤੁਸ ਨੇ ਇੱਕ ਸੁਰਖੀ ਲਿਖ ਕੇ ਸਲੀਬ ਉੱਤੇ ਲਾ ਦਿੱਤੀ ਜਿਸ ਵਿੱਚ ਲਿਖਿਆ ਹੋਇਆ ਸੀ, ਨਾਸਰਤ ਨਿਵਾਸੀ ਯਿਸੂ ਯਹੂਦੀਆਂ ਦਾ ਰਾਜਾ। ਬਹੁਤ ਸਾਰੇ ਯਹੂਦੀਆਂ ਨੇ ਸੁਰਖੀ ਨੂੰ ਪੜ੍ਹਿਆ ਕਿਉਂਕਿ ਉਹ ਥਾਂ ਸ਼ਹਿਰ ਦੇ ਲਾਗੇ ਹੀ ਸੀ ਜਿੱਥੇ ਯਿਸੂ ਸਲੀਬ ਉੱਤੇ ਚੜਾਏ ਗਏ ਸਨ। ਇਹ ਸੁਰਖੀ ਇਬਰਾਨੀ, ਲਾਤੀਨੀ ਅਤੇ ਯੂਨਾਨੀ ਵਿੱਚ ਲਿਖੀ ਹੋਈ ਸੀ। ਇਸ ਉੱਤੇ ਯਹੂਦੀਆਂ ਦੇ ਮਹਾਪੁਰੋਹਿਤਾਂ ਨੇ ਪਿਲਾਤੁਸ ਨੂੰ ਕਿਹਾ, ਇਹ ਨਾ ਲਿਖੋ ਯਹੂਦੀਆਂ ਦਾ ਰਾਜਾ, ਪਰ ਇਹ ਕਿ ਉਸਨੇ ਕਿਹਾ ਸੀ, ਮੈਂ ਯਹੂਦੀਆਂ ਦਾ ਰਾਜਾ ਹਾਂ। ਪਿਲਾਤੁਸ ਨੇ ਉੱਤਰ ਦਿੱਤਾ, ਜੋ ਮੈਂ ਲਿਖ ਦਿੱਤਾ ਬਸ ਲਿਖ ਦਿੱਤਾ ਹੈ। ਯਿਸੂ ਨੂੰ ਸਲੀਬ ਉੱਤੇ ਚੜਾਉਣ ਪਿੱਛੋਂ ਸਿਪਾਹੀਆਂ ਨੇ ਉਹਨਾਂ ਦੇ ਕੱਪੜਿਆਂ ਨੂੰ ਲੈ ਕੇ 4 ਹਿੱਸੇ ਕੀਤੇ, ਇੱਕ ਇੱਕ ਹਿੱਸਾ ਹਰ ਇੱਕ ਸਿਪਾਹੀ ਦੇ ਲਈ। ਇਸੇ ਤਰ੍ਹਾਂ ਉਹਨਾਂ ਚੋਗੇ ਨੂੰ ਵੀ ਲਿਆ ਜੋ ਬਿਨਾਂ ਸਿਉਣ ਦੇ ਸੀ ਅਤੇ ਉੱਪਰ ਤੋਂ ਲੈ ਕੇ ਹੇਠਾਂ ਤੱਕ ਸਾਰਾ ਬੁਣਿਆ ਹੋਇਆ ਸੀ। ਇਸ ਲਈ ਉਹਨਾਂ ਨੇ ਆਪਸ ਵਿੱਚ ਕਿਹਾ, ਆਓ ਅਸੀਂ ਇਸ ਨੂੰ ਨਾ ਪਾੜੀਏ, ਸਗੋਂ ਇਸ ਉੱਤੇ ਗੁਨਾਹ ਪਾਈਏ ਅਤੇ ਦੇਖੀਏ ਕਿ ਕਿਸ ਦਾ ਨਿਕਲਦਾ ਹੈ। ਇਹ ਇਸ ਲਈ ਹੋਇਆ ਕਿ ਧਰਮ ਗ੍ਰੰਥ ਦਾ ਕਿਹਾ ਹੋਇਆ ਵਾਕ ਪੂਰਾ ਹੋਵੇ, ਉਹਨਾਂ ਨੇ ਮੇਰੇ ਕੱਪੜੇ ਆਪੋ ਵਿੱਚ ਵੰਡ ਲਏ ਤੇ ਮੇਰੇ ਕੱਪੜਿਆਂ ਉੱਤੇ ਗੁਨਾਹ ਪਾਇਆ। ਇਸ ਲਈ ਸਿਪਾਹੀਆਂ ਨੇ ਇਸੇ ਤਰ੍ਹਾਂ ਹੀ ਕੀਤਾ। ਯਿਸੂ ਦੀ ਸਲੀਬ ਦੇ ਲਾਗੇ ਉਹਨਾਂ ਦੀ ਮਾਂ ਮਰੀਅਮ ਆਪਣੀ ਭੈਣ ਦੇ ਨਾਲ ਖਲੋਤੀ ਸੀ। ਉਹਨਾਂ ਦੇ ਨਾਲ ਕਲੋਪਾਸ ਦੀ ਪਤਨੀ ਮਰੀਅਮ ਅਤੇ ਮਰੀਅਮ ਮਗਦਲੀਨੀ ਵੀ ਸਨ। ਯਿਸੂ ਨੇ ਆਪਣੀ ਮਾਂ ਤੇ ਉਸ ਚੇਲੇ ਨੂੰ ਜਿਸ ਨੂੰ ਉਹ ਪਿਆਰ ਕਰਦੇ ਸਨ ਲਾਗੇ ਖੜੇ ਦੇਖਿਆ ਤਾਂ ਉਹ ਆਪਣੀ ਮਾਂ ਨੂੰ ਬੋਲੇ, ਮਾਂ ਦੇਖ ਤੇਰਾ ਪੁੱਤਰ, ਅਤੇ ਚੇਲੇ ਨੂੰ ਵੀ ਕਿਹਾ, ਦੇਖ ਤੇਰੀ ਮਾਂ। ਉਸੇ ਵੇਲੇ ਉਹ ਚੇਲਾ ਮਰੀਅਮ ਅਰਥਾਤ ਯਿਸੂ ਦੀ ਮਾਂ ਨੂੰ ਆਪਣੇ ਘਰ ਲੈ ਗਿਆ। ਆਮੀਨ। ਯਿਸੂ ਮਸੀਹ ਦੇ ਪ੍ਰਭੂ ਯਿਸੂ ਮਸੀਹ ਪਵਿੱਤਰ ਆਤਮਾ ਤੋਂ ਪੈਦਾ ਹੋਏ ਸੀ, ਲੇਕਿਨ ਯੂਸਫ ਤੇ ਮਰੀਅਮ ਦੇ ਹੋਰ ਵੀ ਪੁੱਤਰ ਸੀ ਔਰ ਭੈਣਾਂ ਵੀ ਸੀ। ਜਿਸ ਵੇਲੇ ਪ੍ਰਭੂ ਨੇ ਦੇ ਵਚਨ ਦੇ ਵਿੱਚ ਸਾਨੂੰ ਇਹ ਕਿਹਾ ਗਿਆ ਕਿ ਜਿਨ੍ਹਾਂ ਨੇ ਉਸ ਨੂੰ ਚੁਣਿਆ, ਉਹਨੂੰ ਸਤਿਕਾਰ ਕੀਤਾ, ਉਹਨਾਂ ਨੂੰ ਪਰਮੇਸ਼ਵਰ ਦੀ ਸੰਤਾਨ ਹੋਣ ਦਾ ਅਧਿਕਾਰ ਦਿੱਤਾ। ਉਹ ਪਰਮੇਸ਼ਵਰ ਦੀ ਇੱਛਾ ਦੇ ਨਾਲ ਉਸ ਦੀ ਸੰਤਾਨ ਬਣੀ। ਸਵਰਗੀ ਬਾਪ ਦੀ ਸੰਤਾਨ ਬਣੀ। ਔਰ ਉਹ ਜੋ ਸਾਨੂੰ ਕੁਫਰ ਦਾ ਆਤਮਾ ਦਿੱਤਾ ਗਿਆ ਸੀ, ਜੋ ਸਾਨੂੰ ਅਦਨ ਦੇ ਬਾਗ ਚੋਂ ਬਾਹਰ ਜਿਸ ਲਈ ਕੱਢਿਆ ਗਿਆ, ਉਹ ਜਿਹੜਾ ਆਤਮਾ ਮਿਲਿਆ ਸੀ, ਉਸ ਤੋਂ ਸਾਡਾ ਛੁਟਕਾਰਾ ਹੋਇਆ। ਲੇਕਿਨ ਪ੍ਰਭੂ ਯਿਸੂ ਮਸੀਹ ਨੇ ਇਸ ਰਿਸ਼ਤੇ ਨੂੰ ਸੱਚਮੁੱਚ ਸਾਬਤ ਕੀਤਾ, ਜਿਸ ਲਈ ਪ੍ਰਭੂ ਨੇ ਕਿਹਾ ਕਿ ਤੁਸੀਂ ਮੇਰੇ ਭਰਾ ਆ। ਮੈਂ ਤੁਹਾਨੂੰ ਕਦੀ ਵੀ ਆਪਣੇ ਸੇਵਾਦਾਰ ਨਹੀਂ ਕਹੂੰਗਾ, ਮੈਂ ਤੁਹਾਨੂੰ ਆਪਣੇ ਮਿੱਤਰ ਕਹੂੰਗਾ। ਉਸਨੇ ਸੱਚਮੁੱਚ ਇਸ ਚੀਜ਼ ਨੂੰ ਸਾਬਤ ਕੀਤਾ ਕਿ ਜਿਨ੍ਹਾਂ ਨੇ ਵੀ ਪ੍ਰਭੂ ਯਿਸੂ ਨੂੰ ਸਵੀਕਾਰ ਕੀਤਾ, ਉਹ ਪ੍ਰਭੂ ਦੀ ਸੰਤਾਨ। ਇਸ ਕਰਕੇ ਉਹ ਆਪਣੀ ਮਾਂ ਨੂੰ ਆਪਣੇ ਹਾਫ ਜਿਹੜੇ ਉਹਦੇ ਭੈਣ ਭਰਾ ਸੀਗੇ, ਹਾਫ ਉਹਨਾਂ ਦੇ ਹਵਾਲੇ ਨਹੀਂ ਕਰਕੇ ਗਿਆ। ਇਹ ਯਿਸੂ ਮਸੀਹ ਦਾ ਹੱਕ ਸੀ ਕਿਉਂਕਿ ਸਭ ਤੋਂ ਵੱਡਾ ਉਹ ਸੀ। ਉਸਨੂੰ ਆਤਮਿਕ ਤੌਰ ਤੇ ਜਿਹੜਾ ਭਰਾ ਆ, ਜਿਹੜੀ ਚਰਚ ਦੀ ਫੈਮਿਲੀ ਆ, ਉਸਦੇ ਹਵਾਲੇ ਕਰਕੇ ਗਿਆ। ਔਰ ਇੱਕ ਬੜੇ ਮਾਣ ਵਾਲੀ ਗੱਲ ਆ। ਔਰ ਜਿਸ ਵੇਲੇ ਅਸੀਂ ਇਸ ਚੀਜ਼ ਨੂੰ ਥਿਓਲੋਜੀਕਲੀ ਵੀ ਦੇਖਦੇ ਹੈਗੇ, ਪ੍ਰਭੂ ਦੇ ਸ਼ਬਦ ਅਨੁਸਾਰ ਵੀ ਦੇਖਦੇ ਹਾਂ, ਤੇ ਪ੍ਰਭੂ ਨੇ ਇਹ ਸਾਬਤ ਕਰ ਦਿੱਤਾ ਕਿ ਜੇ ਮੈਂ ਕਿਹਾ ਆ ਤੇ ਉਸਦੇ ਪਿੱਛੇ ਕਾਰਨ ਇਹ ਆ ਕਿ ਤੁਸੀਂ ਮੇਰੇ ਭਰਾ ਆ, ਤੁਸੀਂ ਪ੍ਰਭੂ ਦੀ ਸੰਤਾਨ ਆ। ਜਿਸ ਤਰ੍ਹਾਂ ਮੈਂ ਪਰਮੇਸ਼ਵਰ ਦੀ ਸੰਤਾਨ, ਉਸੇ ਤਰ੍ਹਾਂ ਤੁਸੀਂ ਹੁਣ ਪਰਮੇਸ਼ਵਰ ਦੀ ਸੰਤਾਨ। ਸਭ ਤੋਂ ਵੱਡੀ ਬਰਕਤ
ਪ੍ਰਭੂ ਸਾਨੂੰ ਇਹ ਦੇ ਕੇ ਗਏ। ਦੂਸਰਾ ਹਿੱਸਾ ਅਸੀਂ ਪੜਾਂਗੇ, ਮੇਰੇ ਨਾਲ ਲੂਕ ਦੇ ਵਿੱਚ ਆ ਜਾਓ। ਲੂਕ ਦੇ ਵਿੱਚ ਆ ਜਾਓ ਔਰ ਅਸੀਂ ਉਸ ਦੀ 23ਵਾਂ ਭਾਵ 156 ਪੰਨਾ ਔਰ ਅਸੀਂ ਉਸ ਦੀ ਪੜਾਂਗੇ 26 ਆਇਤ ਤੋਂ ਲੈ ਕੇ 43 ਆਇਤ ਤੱਕ। मैं पढ़ देना पास्टर जी। जी श्योर ब्रदर जी। सारिਆਂ ਨੂੰ जय मसीह दी। पन्ना हैगा 155, लूका दी 23। प्रभु यीशु ਦਾ ਸਲੀਬ ਦਿੱਤਾ ਜਾਣਾ। ਉਹ ਯੀਸ਼ੂ ਨੂੰ ਉੱਥੋਂ ਲੈ ਗਏ। ਰਾਹ ਵਿੱਚ ਉਹਨਾਂ ਨੇ ਇੱਕ ਪਿੰਡ ਤੋਂ ਆ ਰਹੇ ਸਮੂਨ ਨਾਂ ਦੇ ਆਦਮੀ ਨੂੰ, ਜੋ ਕੁਰੈਨ ਦੇਸ਼ ਦਾ ਰਹਿਣ ਵਾਲਾ ਸੀ, ਫੜਿਆ ਅਤੇ ਉਸ ਦੇ ਮੋਢੇ ਉੱਤੇ ਸਲੀਬ ਰੱਖ ਦਿੱਤੀ ਕਿ ਉਹ ਯੀਸ਼ੂ ਦੇ ਪਿੱਛੇ ਪਿੱਛੇ ਚੱਲੇ। ਬਹੁਤ ਸਾਰੇ ਆਦਮੀ ਅਤੇ ਔਰਤਾਂ ਯੀਸ਼ੂ ਦੇ ਪਿੱਛੇ ਪਿੱਛੇ ਆ ਰਹੇ ਸਨ। ਔਰਤਾਂ ਆਪਣੀਆਂ ਛਾਤੀਆਂ ਪਿੱਟ ਕੇ ਯੀਸ਼ੂ ਲਈ ਰੋ ਰਹੀਆਂ ਸਨ। ਯੀਸ਼ੂ ਨੇ ਉਹਨਾਂ ਔਰਤਾਂ ਵੱਲ ਮੁੜ ਕੇ ਕਿਹਾ, ਯਰੂਸ਼ਲਮ ਦੀ ਧੀਓ, ਮੇਰੇ ਲਈ ਨਾ ਰੋਵੋ, ਬਲਕਿ ਆਪਣੇ ਲਈ ਅਤੇ ਆਪਣੇ ਬੱਚਿਆਂ ਲਈ ਰੋਵੋ। ਦੇਖੋ, ਉਹ ਦਿਨ ਆ ਰਹੇ ਹਨ ਕਿ ਲੋਕੀ ਕਹਿਣਗੇ, ਧੰਨ ਹਨ ਬਾਂਝ ਔਰਤਾਂ, ਉਹ ਕੁੱਖਾਂ ਜਿਨ੍ਹਾਂ ਬੱਚਿਆਂ ਨੂੰ ਜਨਮ ਨਹੀਂ ਦਿੱਤਾ, ਅਤੇ ਉਹ ਛਾਤੀਆਂ ਜਿਨ੍ਹਾਂ ਦੁੱਧ ਨਹੀਂ ਚੁੰਘਾਇਆ। ਉਸ ਵੇਲੇ ਲੋਕੀ ਪਹਾੜਾਂ ਨੂੰ ਕਹਿਣਗੇ, ਸਾਡੇ ਉੱਤੇ ਡਿੱਗ ਪਵੋ, ਅਤੇ ਪਹਾੜੀਆਂ ਨੂੰ ਕਹਿਣਗੇ, ਸਾਨੂੰ ਲੁਕਾ ਲਵੋ। ਕਿਉਂਕਿ ਜੇਕਰ ਉਹ ਇਸ ਤਰ੍ਹਾਂ ਹਰੇ ਰੁੱਖ ਨਾਲ ਕਰ ਰਹੇ ਹਨ ਤਾਂ ਕਿ ਸੁੱਕੇ ਨਾਲ ਨਹੀਂ ਕਰਨਗੇ। ਉਹ ਹੋਰ 2 ਆਦਮੀਆਂ ਨੂੰ, ਜੋ ਅਪਰਾਧੀ ਸਨ, ਯੀਸ਼ੂ ਦੇ ਨਾਲ ਸਲੀਬ ਦੇ ਵਾਸਤੇ ਲੈ ਗਏ। ਜਦੋਂ ਉਹ ਖੋਪਰੀ ਨਾਂ ਦੀ ਥਾਂ ਉੱਤੇ ਪਹੁੰਚ ਗਏ ਤਾਂ ਉਹਨਾਂ ਯੀਸ਼ੂ ਨੂੰ ਸਲੀਬ ਉੱਤੇ ਚੜਾਇਆ। ਉਹਨਾਂ 2 ਅਪਰਾਧੀਆਂ ਨੂੰ ਵੀ, ਇੱਕ ਯੀਸ਼ੂ ਦੇ ਸੱਜੇ ਤੇ ਦੂਜਾ ਖੱਬੇ ਪਾਸੇ। ਯੀਸ਼ੂ ਨੇ ਸਲੀਬ ਉੱਤੇ ਕਿਹਾ, ਪਿਤਾ, ਇਹਨਾਂ ਨੂੰ ਮਾਫ ਕਰ, ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ। ਉਹਨਾਂ ਨੇ ਯੀਸ਼ੂ ਦੇ ਕੱਪੜਿਆਂ ਦੇ ਗੁਣੇ ਪਾ ਕੇ ਆਪੋ ਵਿੱਚ ਵੰਡ ਲਏ। ਉੱਥੇ ਖੜੇ ਲੋਕੀ ਇਹ ਸਭ ਦੇਖ ਰਹੇ ਸਨ। ਯਹੂਦੀਆਂ ਦੇ ਨੇਤਾ ਯੀਸ਼ੂ ਨੂੰ ਠੱਠੇ ਕਰਕੇ ਕਹਿ ਰਹੇ ਸਨ, ਇਸ ਨੇ ਦੂਜਿਆਂ ਨੂੰ ਬਚਾਇਆ, ਅਤੇ ਫਿਰ ਜੇਕਰ ਇਹ ਪਰਮੇਸ਼ਰ ਦਾ ਚੁਣਿਆ ਮਸੀਹ ਹੈ ਤਾਂ ਆਪਣੇ ਆਪ ਨੂੰ ਬਚਾਵੇ। ਸਿਪਾਹੀ ਵੀ ਯੀਸ਼ੂ ਨੂੰ ਮਖੌਲ ਕਰ ਰਹੇ ਸਨ। ਉਹ ਉਹਨਾਂ ਦੇ ਕੋਲ ਗਏ ਅਤੇ ਉਹਨਾਂ ਨੂੰ ਖੱਟੀ ਸ਼ਰਾਬ ਦੇ ਕੇ ਬੋਲੇ, ਜੇਕਰ ਤੂੰ ਯਹੂਦੀਆਂ ਦਾ ਰਾਜਾ ਹੈ ਤਾਂ ਆਪਣੇ ਆਪ ਨੂੰ ਬਚਾ। ਯੀਸ਼ੂ ਦੀ ਸਲੀਬ ਉੱਤੇ ਇਹ ਸ਼ਬਦ ਲਿਖੇ ਹੋਏ ਸਨ, ਇਹ ਯਹੂਦੀਆਂ ਦਾ ਰਾਜਾ ਹੈ। ਇੱਕ ਅਪਰਾਧੀ ਵੀ, ਜੋ ਸਲੀਬ ਉੱਤੇ ਸੀ, ਯੀਸ਼ੂ ਦੀ ਨਿੰਦਾ ਕਰਦਾ ਹੋਇਆ ਕਹਿਣ ਲੱਗਾ ਕਿ ਤੂੰ ਮਸੀਹ ਨਹੀਂ ਹੈ, ਆਪਣੇ ਆਪ ਨੂੰ ਬਚਾ ਤੇ ਸਾਨੂੰ ਵੀ। ਪਰ ਦੂਜੇ ਅਪਰਾਧੀ ਨੇ ਪਹਿਲੇ ਨੂੰ ਝਿੜਕਦੇ ਆਖਿਆ ਕਿ ਤੂੰ ਪਰਮੇਸ਼ਰ ਤੋਂ ਨਹੀਂ ਡਰਦਾ, ਤੈਨੂੰ ਵੀ ਤਾਂ ਉਹੀ ਸਜ਼ਾ ਮਿਲ ਰਹੀ ਹੈ। ਅਸੀਂ ਤਾਂ ਆਪਣੇ ਕੀਤੇ ਦਾ ਫਲ ਪਾ ਰਹੇ ਹਾਂ, ਪਰ ਇਸ ਆਦਮੀ ਨੇ ਇਸ ਸਜ਼ਾ ਦੇ ਲੈ ਕੇ ਕੋਈ ਬੁਰਾ ਕੰਮ ਨਹੀਂ ਕੀਤਾ। ਫਿਰ ਉਸਨੇ ਯੀਸ਼ੂ ਨੂੰ ਕਿਹਾ, ਯੀਸ਼ੂ ਜੀ, ਜਦੋਂ ਤੁਸੀਂ ਆਪਣੇ ਰਾਜ ਵਿੱਚ ਆਓ ਤਾਂ ਮੈਨੂੰ ਯਾਦ ਕਰਨਾ। ਯੀਸ਼ੂ ਨੇ ਉਸ ਨੂੰ ਕਿਹਾ, ਮੈਂ ਸੱਚ ਕਹਿੰਦਾ ਹਾਂ ਕਿ ਤੂੰ ਅੱਜ ਹੀ ਮੇਰੇ ਨਾਲ ਸਵਰਗ ਵਿੱਚ ਹੋਵੇਂਗਾ। ਪੜੇ ਸੁਣੇ ਜਾਣ ਤੇ ਸ਼ੀਸ਼ ਬਰਕਤ ਮਿਲੇ। ਅੱਜ ਹੀ ਮੇਰੇ ਨਾਲ ਸਵਰਗ ਦੇ ਵਿੱਚ ਹੋਏਗਾ। ਤੇ ਦੇਖੋ ਕਾਰਨ ਕੀ ਹੈ? ਕਾਰਨ ਇਹ ਹੈ ਕਿ ਇੱਕ ਸਿਰਫ ਮਿਰਾਕਲ ਲੱਭਦਾ ਪਿਆ ਕਿ ਤੂੰ ਮਿਰਾਕਲ ਕਰ, ਲੇਕਿਨ ਉਸਨੂੰ ਇਹ ਨਹੀਂ ਪਤਾ ਕਿ ਮਿਰਾਕਲਸ ਦਾ ਮਿਰਾਕਲ ਇੱਥੇ ਹੋ ਰਿਹਾ ਆ, ਆਲਰੇਡੀ ਹੋ ਰਿਹਾ। ਸਭ ਤੋਂ ਵੱਡਾ ਜਿਹੜਾ ਉੱਥੇ ਮਿਰਾਕਲ ਇਹ ਹੋ ਰਿਹਾ ਕਿ ਪ੍ਰਭੂ ਇੱਕ ਬੰਦੇ ਦੇ ਮਨ ਨੂੰ ਬਦਲਦਾ ਪਿਆ। ਔਰ ਉਸਨੇ 2 ਚੀਜ਼ਾਂ ਜਿਹੜੀਆਂ ਖਾਸ ਇੱਥੇ ਗਈਆਂ। ਪਹਿਲੇ ਨੇ ਤਾਂ ਜੋ ਕਿਹਾ, ਉਹ ਲੋਕਾਂ ਨੇ ਵੀ ਕਿਹਾ, ਤੇ ਜਿਹੜੇ ਫਰੀਸੀ ਸੀਗੇ ਉਹਨਾਂ ਨੇ ਵੀ ਉਹੀ ਚੀਜ਼ ਕਹੀ, ਜੇ ਤੂੰ ਆਪਣੇ ਤੂੰ ਮਸੀਹਾਂ ਦੇ ਥੱਲੇ ਉਤਰ। ਸਭ ਤੋਂ ਪਹਿਲੀ ਚੀਜ਼ ਜਿਹੜੀ ਗਵਾਹੀ ਹੈ ਇਸ ਬੰਦੇ ਦੀ, ਉਹ ਕਿ ਅਸੀਂ ਤਾਂ ਆਪਣੇ ਕੀਤੇ ਦੀ ਸਜ਼ਾ ਭੁਗਤ ਰਹੇ। ਸੋ ਜਿਸ ਲਈ ਅਸੀਂ ਮੂਵੀ ਦੇਖਦੇ ਪਏ ਸੀ ਤਾਂ ਯਿਸੂ ਮਸੀਹ ਦੇ ਉੱਤੇ ਲਿਖਿਆ ਸੀਗਾ ਯਹੂਦੀਆਂ ਦਾ ਰਾਜਾ। ਇੱਕ ਬੰਦੇ ਦੇ ਅਸੀਂ ਦੇਖਦੇ ਉਹਨੇ ਸੋਨੇ ਦਾ ਜਿਹੜਾ ਬਰਤਨ ਚੋਰੀ ਕੀਤਾ ਆ ਉਹ ਲਟਕਦਾ ਪਿਆ।
ਦੂਜੇ ਦੇ ਗਲ ਦੇ ਵਿੱਚ ਇੱਕ ਥੈਲੀ ਲਟਕਦੀ ਪਈ। ਔਰ ਦੇਖਣ ਵਾਲਿਆਂ ਨੂੰ ਪਤਾ ਹੈ ਕਿ ਇਹਨਾਂ ਦਾ ਗੁਨਾਹ ਕੀ ਆ। ਸੋ ਯਿਸੂ ਮਸੀਹ ਤੇ ਗੁਨਾਹ ਇਹ ਹੈ ਕਿ ਇਸਨੇ ਆਪਣੇ ਆਪ ਨੂੰ ਯਹੂਦੀਆਂ ਦਾ ਰਾਜਾ ਕਿਹਾ ਔਰ ਆਪਣੇ ਆਪ ਨੂੰ ਸੀਜ਼ਰ ਦੇ ਬਰਾਬਰ ਬਣਾਇਆ, ਜਿਹੜਾ ਉਸ ਸਮੇਂ ਦਾ ਰੋਮ ਦਾ ਰਾਜਾ ਸੀ, ਉਹਦੇ ਬਰਾਬਰ ਬਣਾਇਆ। ਉਹਦੇ ਖਿਲਾਫ ਇਹ ਗੁਨਾਹ ਸੀ। ਲੇਕਿਨ ਅਸੀਂ ਦੂਸਰੇ ਪਾਸੇ ਦੇਖਦੇ ਪਏ ਹਾਂ ਕਿ ਇੱਕ ਦੇ ਨਾਲ ਥੈਲੀ ਲਟਕਦੀ ਪਈ ਹੈ, ਉਹਦੇ ਗਲ 'ਚ ਥੈਲੀ ਪਾਈ ਹੋ। ਸੋ ਜੋ ਕੁਛ ਉਹਨੇ ਚੋਰੀ ਕੀਤਾ ਜਾਂ ਜੋ ਕੁਛ ਵੀ ਕੀਤਾ ਉਸ ਥੈਲੀ ਦੇ ਵਿੱਚ, ਔਰ ਦੂਸਰੇ ਨੇ ਜਿਹੜਾ ਬਰਤਨ ਚੋਰੀ ਕੀਤਾ ਹੈ ਉਹ, ਕਿਉਂਕਿ ਉਹਨਾਂ ਨੇ ਰੋਮਨਸ ਤੋਂ ਚੋਰੀ ਕੀਤੀਆਂ ਉਹ ਚੀਜ਼ਾਂ, ਸੋ ਇਸ ਕਰਕੇ ਉਹਨਾਂ ਨੂੰ ਇਹ ਸਜ਼ਾ। ਸੋ ਉਸਨੇ ਕਿਹਾ ਕਿ ਅਸੀਂ ਤਾਂ ਉਹ ਸਜ਼ਾ ਭੁਗਤਦੇ ਪਏ ਹਾਂ ਜੋ ਸਾਨੂੰ, ਜਿਸ ਦੇ ਲਈ ਅਸੀਂ ਬੁਰਾਈ ਕੀਤੀ ਆ। ਸੋ ਉਸਨੇ ਕਿਹਾ, ਦੂਜੇ ਅਪਰਾਧੀ ਨੇ ਪਹਿਲੇ ਨੂੰ ਝਿੜਕਦੇ ਹੋਏ ਕਿਹਾ ਕਿ ਤੂੰ ਪਰਮੇਸ਼ਰ ਤੋਂ ਨਹੀਂ ਡਰਦਾ। ਤੈਨੂੰ ਵੀ ਉਹੀ ਸਜ਼ਾ ਮਿਲ ਰਹੀ ਹੈ। ਅਸੀਂ ਤਾਂ ਆਪਣੇ ਕੀਤੇ ਦਾ ਫਲ ਪਾ ਰਹੇ ਹਾਂ, ਪਰ ਇਸ ਆਦਮੀ ਨੇ ਸਜ਼ਾ ਦੇ ਲਾਇਕ ਕੋਈ ਬੁਰਾ ਕੰਮ ਨਹੀਂ ਕੀਤਾ। ਸੋ ਸਭ ਤੋਂ ਪਹਿਲਾਂ ਉਸਨੇ ਆਪਣਾ ਪਾਪ ਸਵੀਕਾਰ ਕੀਤਾ। ਉਸਨੇ ਆਪਣਾ ਪਾਪ ਸਵੀਕਾਰ ਕਰ ਕੀਤਾ ਔਰ ਫਿਰ ਉਸਨੇ ਇਹ ਚੀਜ਼ ਦੇਖੀ ਕਿ ਪ੍ਰਭੂ ਨੇ ਉਸਦੀਆਂ ਅੱਖਾਂ ਖੋਲ ਦਿੱਤੀਆਂ ਉੱਤੇ। ਉਸਨੇ ਇਹ ਚੀਜ਼ ਦੇਖੀ ਕਿ ਇਸਨੇ ਤਾਂ ਕੋਈ ਪਾਪ ਨਹੀਂ ਕੀਤਾ, ਇਸਨੇ ਤਾਂ ਕੋਈ ਫਿਰ ਇਹ ਮਰ ਕਿਸ ਚੀਜ਼ ਦੇ ਰਹੀ ਰਿਹਾ। ਔਰ ਪ੍ਰਭੂ ਨੇ ਉਸ ਤੋਂ ਅੱਗੇ ਵੀ ਉਸਦੀਆਂ ਅੱਖਾਂ ਖੋਲ ਦਿੱਤੀਆਂ। ਉਸਨੇ, ਉਸ ਆਦਮੀ ਨੇ ਇਹ ਕਿਹਾ, ਉਸਨੇ ਫਿਰ ਯਿਸੂ ਨੂੰ ਕਿਹਾ, ਯਿਸੂ ਜੀ, ਜਦੋਂ ਤੁਸੀਂ ਆਪਣੇ ਰਾਜ ਦੇ ਵਿੱਚ ਆਓ ਤਾਂ ਮੈਨੂੰ ਯਾਦ ਕਰਨਾ। And this was it. ਉਸਨੇ ਕਿਹਾ ਤੂੰ ਅੱਜ ਮੇਰੇ ਨਾਲ ਘਰ ਆਉਣੀਗਾ। ਪਰ ਇੱਕ ਚੀਜ਼ ਇੱਥੇ ਆਉਂਦੀ ਹੈ ਕਿ ਕੁਰੈਨੀ ਨਿਵਾਸੀ ਨੂੰ ਪ੍ਰਭੂ ਦੀ ਸਲੀਬ ਚੁਕਾਈ ਗਈ। ਉਸਨੂੰ ਇਸ ਦੇ ਬਦਲੇ ਦੇ ਵਿੱਚ ਕੀ ਮਿਲਿਆ? ਉਸਨੂੰ ਕੀ ਮਿਲਿਆ? ਮੇਰੇ ਨਾਲ ਮਰਕਸ ਦੇ ਵਿੱਚ ਆ ਜਾਓ। ਅਸੀਂ 15ਵਾਂ ਭਾਵ ਪੇਜ 93। ਔਰ ਇਸ ਦੀਆਂ ਅਸੀਂ ਸਿਰਫ 4 ਆਇਤਾਂ ਪੜਾਂਗੇ, 21 ਤੋਂ ਲੈ ਕੇ 24 ਤਾਈਂ। 21 ਤੋਂ ਲੈ ਕੇ 24 ਤਾਈਂ, ਔਰ ਇਹਨਾਂ ਨੂੰ ਮੈਂ ਹੀ ਪੜ੍ਹ ਦਿੰਦਾ। ਰਾਹ ਦੇ ਵਿੱਚ ਉਹਨਾਂ ਨੂੰ ਸ਼ਮਾਉਨ ਕੁਰੇਨੀ, ਜੋ ਸਿਕੰਦਰ ਅਤੇ ਰੂਫਸ ਦਾ ਪਿਤਾ ਸੀ, ਮਿਲਿਆ। ਉਹ ਆਪਣੇ ਖੇਤ ਤੋਂ ਵਾਪਸ ਆ ਰਿਹਾ ਸੀ। ਉਹਨਾਂ ਨੇ ਉਸ ਨੂੰ ਵਗਾਰ ਦੇ ਲਈ ਫੜਿਆ ਤੇ ਯਿਸੂ ਦੀ ਸਲੀਬ ਚੁੱਕ ਕੇ ਲੈ ਕੇ ਚੱਲੇ। ਉਹ ਗੁਲਗੱਥਾ ਦੀ ਥਾਂ, ਜਿਸ ਦਾ ਅਰਥ ਹੈ ਖੋਪਰੀ ਦੀ ਥਾਂ, ਉੱਥੇ ਲੈ ਗਏ। ਉੱਥੇ ਯਿਸੂ ਨੂੰ ਗੰਧਰਸ ਮਿਲੀ ਸ਼ਰਾਬ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਫਿਰ ਉਹਨਾਂ ਨੇ ਯਿਸੂ ਨੂੰ ਸਲੀਬ ਤੇ ਚੜਾ ਦਿੱਤਾ ਅਤੇ ਉਹਨਾਂ ਦੇ ਕੱਪੜਿਆਂ ਦੇ ਆਪੋ ਵਿੱਚ ਗੁਣੇ ਪਾ ਕੇ ਉਸ ਨੂੰ ਵੰਡ ਲਿਆ। ਸਿਕੰਦਰ ਤੇ ਰੂਫਸ, ਇਹ ਜਿਸ ਲਈ ਅਸੀਂ ਚਰਚ ਫਾਦਰਸ ਦੀ ਹਿਸਟਰੀ ਪੜ੍ਹਦੇ ਹਾਂ, ਜਿਹੜੇ ਪਹਿਲੀਆਂ ਸਦੀਆਂ ਦੇ ਵਿੱਚ ਚਰਚ ਫਾਦਰਸ ਹੋਏ ਆ। ਸਿਕੰਦਰ ਔਰ ਰੂਫਸ, ਉਹਨਾਂ ਦਾ ਨਾਮ ਬਹੁਤ ਆਉਂਦਾ। ਪ੍ਰਭੂ ਨੇ ਉਸ ਦੇ ਦੋਨਾਂ ਬੱਚਿਆਂ ਨੂੰ ਬਰਕਤ ਦਿੱਤੀ। ਦੋਨਾਂ ਨੂੰ ਪ੍ਰਭੂ ਨੇ ਚੁਣਿਆ ਔਰ ਦੋਨਾਂ ਨੂੰ ਅਸੀਂ ਚਰਚ ਫਾਦਰ ਕਰਕੇ ਜਾਣਦੇ ਹਾਂ ਕਿ ਸਾਡੇ ਇਹ ਬਜ਼ੁਰਗ ਆ, ਚਰਚ ਦੇ ਇਹ ਬਜ਼ੁਰਗ ਆ। ਬੇਸ਼ੱਕ ਉਹਨਾਂ ਨੇ ਤਾਂ ਵਗਾਰ ਉਹਨੂੰ ਦਿੱਤੀ, ਜੋ ਵੀ ਉਹਨਾਂ ਨੇ ਦੇਣਾ ਸੀ, ਲੇਕਿਨ ਪ੍ਰਭੂ ਨੇ ਉਸਨੂੰ ਕੀ ਦਿੱਤਾ? ਪ੍ਰਭੂ ਨੇ ਉਸਨੂੰ ਬਹੁਤ ਬਰਕਤ ਦਿੱਤੀ। ਸਲੀਬ ਦੇ 20 ਦਿਨਾਂ ਦੇ ਵਿੱਚ ਵੀ ਅਸੀਂ ਪ੍ਰਭੂ ਦੀਆਂ ਬਰਕਤਾਂ ਨੂੰ ਦੇਖਦੇ ਪਏ ਹਾਂ। ਹੁਣ ਮੇਰੇ ਨਾਲ ਮੱਤੀ ਦੇ ਵਿੱਚ ਆ ਜਾਓ। ਮੱਤੀ ਦੇ ਵਿੱਚ ਇੱਥੇ ਅਸੀਂ ਥੋੜੀ ਦੇਰ ਟਿਕਾਂਗੇ।
ਔਰ ਅਸੀਂ ਇਸ ਦੀ 11 ਆਇਤ ਤੋਂ ਲੈ ਕੇ ਕੋਈ ਜਾਣਾ ਇਸ ਦੀ 26 ਆਇਤ ਤੱਕ ਸੌਰੀ ਚੈਪਟਰ 27 ਪੇਜ 56 ਚੈਪਟਰ 27 ਪੇਜ 56 ਅਸੀਂ 11 ਤੋਂ ਲੈ ਕੇ 26 ਤੱਕ ਪਹਿਲਾਂ ਪੜਾਂਗੇ। ਮੈਂ ਪੜ੍ਹ ਦੇਣਾ ਪਾਸਟਰ। ਚਲੋ ਪੜ੍ਹਦੇ ਪਿਲਾਤੁਸ ਦਾ ਪ੍ਰਭੂ ਯਿਸੂ ਤੋਂ ਪ੍ਰਸ਼ਨ ਪੁੱਛਣਾ। ਫਿਰ ਯਿਸੂ ਨੂੰ ਰਾਜਪਾਲ ਦੇ ਸਾਹਮਣੇ ਪੇਸ਼ ਕੀਤਾ ਗਿਆ। ਰਾਜਪਾਲ ਨੇ ਯਿਸੂ ਤੋਂ ਪੁੱਛਿਆ ਕਿ ਤੂੰ ਯਹੂਦੀਆਂ ਦਾ ਰਾਜਾ ਹੈ? ਯਿਸੂ ਨੇ ਉੱਤਰ ਦਿੱਤਾ, ਤੁਸੀਂ ਆਪ ਹੀ ਕਹਿ ਰਹੇ ਹੋ। ਪਰ ਯਿਸੂ ਨੇ ਉਹਨਾਂ ਦੋਸ਼ਾਂ ਦਾ ਕੋਈ ਉੱਤਰ ਨਾ ਦਿੱਤਾ ਜੋ ਮਹਾਪੁਰੋਹਿਤ ਅਤੇ ਯਹੂਦੀ ਨੇਤਾ ਉਹਨਾਂ ਤੇ ਲਾ ਰਹੇ ਸਨ। ਇਸ ਲਈ ਪਿਲਾਤੁਸ ਨੇ ਯਿਸੂ ਨੂੰ ਕਿਹਾ ਕਿ ਤੂੰ ਇਹ ਸਭ ਗਵਾਹੀਆਂ ਨਹੀਂ ਸੁਣ ਰਿਹਾ ਜੋ ਉਹ ਤੇਰੇ ਵਿਰੁੱਧ ਦੇ ਰਹੇ ਹਨ। ਪਰ ਯਿਸੂ ਨੇ ਆਪਣੇ ਮੂੰਹੋਂ ਇੱਕ ਸ਼ਬਦ ਵੀ ਨਾ ਕੱਢਿਆ, ਜਿਸ ਤੋਂ ਰਾਜਪਾਲ ਨੂੰ ਬਹੁਤ ਹੈਰਾਨੀ ਹੋਈ। ਪ੍ਰਭੂ ਯਿਸੂ ਨੂੰ ਮੌਤ ਦੀ ਸਜ਼ਾ। ਹਰ ਪਸਾਹ ਦੇ ਤਿਉਹਾਰ ਤੇ ਰਾਜਪਾਲ ਦੀ ਇਹ ਰੀਤ ਸੀ ਕਿ ਉਹ ਇੱਕ ਕੈਦੀ ਨੂੰ ਜਿਸ ਨੂੰ ਲੋਕੀ ਚਾਹੁਣ ਛੱਡੇ। ਉਸ ਸਮੇਂ ਕੈਦ ਵਿੱਚ ਇੱਕ ਨਾਮੀ ਕੈਦੀ ਸੀ ਜਿਸ ਦਾ ਨਾਂ ਬਰਹਬਾ ਸੀ। ਇਸ ਲਈ ਜਦੋਂ ਲੋਕੀ ਇਕੱਠੇ ਹੋਏ ਤਾਂ ਪਿਲਾਤੁਸ ਨੇ ਉਹਨਾਂ ਤੋਂ ਪੁੱਛਿਆ, ਤੁਸੀਂ ਕਿਸ ਨੂੰ ਚਾਹੁੰਦੇ ਹੋ ਕਿ ਮੈਂ ਛੱਡਾਂ, ਬਰਹਬਾ ਨੂੰ ਜਾਂ ਯਿਸੂ ਨੂੰ ਜੋ ਮਸੀਹ ਅਖਵਾਉਂਦਾ ਹੈ? ਕਿਉਂਕਿ ਉਹ ਜਾਣਦਾ ਸੀ ਕਿ ਉਹਨਾਂ ਨੇ ਯਿਸੂ ਨੂੰ ਕੇਵਲ ਈਰਖਾ ਦੇ ਕਾਰਨ ਹੀ ਫੜਵਾਇਆ ਹੈ। ਜਦੋਂ ਪਿਲਾਤੁਸ ਨਿਆਂ ਗੱਦੀ ਤੇ ਬੈਠਾ ਹੋਇਆ ਸੀ ਤਾਂ ਉਸਦੀ ਪਤਨੀ ਨੇ ਸੰਦੇਸ਼ ਘੱਲਿਆ, ਇਸ ਧਰਮੀ ਆਦਮੀ ਨੂੰ ਕੁਝ ਨਾ ਕਹਿਣਾ, ਕਿਉਂਕਿ ਇਸ ਦੇ ਕਾਰਨ ਅੱਜ ਮੈਂ ਸੁਪਨੇ ਵਿੱਚ ਬਹੁਤ ਦੁੱਖ ਝੱਲਿਆ ਹੈ। ਪਰ ਮਹਾਪੁਰੋਹਿਤਾਂ ਅਤੇ ਯਹੂਦੀ ਨੇਤਾਵਾਂ ਨੇ ਜਨਤਾ ਨੂੰ ਚੁੱਕਿਆ ਕਿ ਬਰਹਬ ਨੂੰ ਛੱਡਣ ਦੀ ਮੰਗ ਕਰਨ ਅਤੇ ਯਿਸੂ ਨੂੰ ਮੌਤ ਦੀ ਸਜ਼ਾ ਦੀ। ਰਾਜਪਾਲ ਨੇ ਉਹਨਾਂ ਨੂੰ ਪੁੱਛਿਆ, ਦੋਹਾਂ ਵਿੱਚੋਂ ਮੈਂ ਕਿਸ ਨੂੰ ਤੁਹਾਡੇ ਲਈ ਛੱਡਾਂ? ਉਹਨਾਂ ਨੇ ਉੱਤਰ ਦਿੱਤਾ, ਬਰਹਬਾ ਨੂੰ। ਇਸ ਤੇ ਪਿਲਾਤੁਸ ਨੇ ਉਹਨਾਂ ਤੋਂ ਪੁੱਛਿਆ, ਤਾਂ ਫਿਰ ਮੈਂ ਯਿਸੂ ਨੂੰ ਜੋ ਮਸੀਹ ਅਖਵਾਉਂਦਾ ਹੈ ਕੀ ਕਰਾਂ? ਉਹ ਸਭ ਬੋਲੇ, ਉਸ ਨੂੰ ਸਲੀਬ ਦਿਓ। ਪਿਲਾਤੁਸ ਨੇ ਉਹਨਾਂ ਤੋਂ ਪੁੱਛਿਆ, ਕਿਉਂ, ਉਸਨੇ ਕੀ ਜੁਰਮ ਕੀਤਾ ਹੈ? ਇਸ ਤੇ ਉਹ ਹੋਰ ਵੀ ਜ਼ੋਰ ਲਾ ਕੇ ਬੋਲੇ, ਉਸ ਨੂੰ ਸਲੀਬ ਦਿਓ। ਜਦੋਂ ਪਿਲਾਤੁਸ ਨੇ ਦੇਖਿਆ ਕਿ ਇਸ ਤਰ੍ਹਾਂ ਕੁਝ ਨਹੀਂ ਹੋਣ ਵਾਲਾ, ਸਗੋਂ ਫਸਾਦ ਵੱਧਦਾ ਹੀ ਜਾਂਦਾ ਹੈ, ਤਾਂ ਉਸਨੇ ਪਾਣੀ ਲਿਆ ਅਤੇ ਭੀੜ ਦੇ ਸਾਹਮਣੇ ਕਹਿੰਦਿਆਂ ਹੋਇਆ ਆਪਣੇ ਹੱਥ ਉੱਤੇ, ਇਸ ਧਰਮੀ ਦੇ ਖੂਨ ਤੋਂ ਮੈਂ ਬਰੀ ਹਾਂ, ਇਸ ਦੇ ਖੂਨ ਦੇ ਜ਼ਿੰਮੇਵਾਰ ਤੁਸੀਂ ਹੋ। ਲੋਕਾਂ ਨੇ ਉੱਤਰ ਦਿੱਤਾ, ਹਾਂ ਠੀਕ ਹੈ, ਇਸ ਦਾ ਖੂਨ ਸਾਡੇ ਤੇ ਸਾਡੀ ਸੰਤਾਨ ਦੇ ਸਿਰ ਹੋਵੇ। ਤਦ ਪਿਲਾਤੁਸ ਨੇ ਉਹਨਾਂ ਦੇ ਲਈ ਬਰਹਬਾ ਨੂੰ ਛੱਡ ਦਿੱਤਾ ਅਤੇ ਯਿਸੂ ਨੂੰ ਕੋਰੜੇ ਮਰਵਾ ਕੇ ਸਲੀਬ ਤੇ ਚੜਾਉਣ ਲਈ ਸੌਂਪ ਦਿੱਤਾ। ਪ੍ਰਭੂ ਦੇ ਵਚਨ ਦੇ ਵਿੱਚ ਅਸੀਂ ਜਿਸਲੇ ਦੇਖਦੇ ਪਏ ਹਾਂ ਤਾਂ ਪਿਲਾਤੁਸ ਵੀ ਪ੍ਰਭੂ ਨੂੰ ਸਜ਼ਾ ਦੇਣ ਦੇ ਹੱਕ ਦੇ ਵਿੱਚ ਨਹੀਂ। ਸੋ ਉਸਨੇ ਇੱਕ ਰਸਤਾ ਲੱਭਿਆ। ਇਹ ਜਿਹੜਾ ਉਸਦਾ ਨਾਮ ਵੀ ਯਿਸੂ ਆ। ਉਸਨੇ ਕਿਹਾ, ਦੋਨਾਂ ਵਿੱਚੋਂ ਮੈਂ ਕਿਹੜਾ ਯਿਸੂ ਛੱਡਾਂ? ਇੱਕ ਯਿਸੂ ਜਿਸਨੇ ਰੋਮਨਾਂ ਦੇ ਖਿਲਾਫ ਕੋਈ ਗੁਨਾਹ ਨਹੀਂ ਕੀਤਾ ਪਰ ਤੁਹਾਡੇ ਖਿਲਾਫ ਕੀਤਾ ਹੈ, ਜਿਸਨੇ ਤੁਹਾਡੇ ਘਰਾਂ 'ਚ ਡਾਕੇ ਮਾਰੇ ਔਰ ਕਤਲ ਕੀਤੇ। ਇਸ ਨੂੰ ਛੱਡਾਂ? ਔਰ ਦੇਖੋ ਨਾਂ ਕੀ ਆ, ਯਿਸੂ ਬਰਅੱਬਾ। ਯਿਸੂ ਅੱਬਾ ਦਾ ਮਤਲਬ ਹੁੰਦਾ ਬਾਪ। ਉਹ ਸਵਰਗੀ ਬਾਪ ਦਾ ਬੇਟਾ ਯਿਸੂ ਆ ਔਰ ਇਹ ਕਿਸੇ ਪ੍ਰੀਸਟ ਦਾ ਬੇਟਾ ਆ, ਜਾਂ ਇਹ ਸਦੂਕੀ ਦਾ ਮੁੰਡਾ ਆ, ਜਾਂ ਇਹ ਕਿਸੇ ਨਾ ਕਿਸੇ ਫਰੀਸੀ ਦਾ ਮੁੰਡਾ ਹੈ। ਉਹਨਾਂ ਨੇ ਕਿਹਾ ਕਿ ਬਰਅੱਬਾ ਨੂੰ ਤੁਸੀਂ ਛੱਡ ਦਿਓ ਸਾਡੇ ਲਈ। ਸੋ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੇ ਲਈ ਕਾਤਲ ਮੰਗਿਆ। ਫਿਰ ਉਸਨੇ ਕਿਹਾ ਕਿ ਮੈਂ ਇਸ ਧਰਮੀ ਆਦਮੀ ਦੇ ਖੂਨ ਤੋਂ ਆਪਣੇ ਹੱਥ ਧੋਣਾ। ਤਾਂ ਉਹਨਾਂ ਨੇ ਕਿਹਾ, ਇਹ ਖੂਨ ਸਾਡੇ ਸਿਰ ਦੇ ਉੱਤੇ ਪਵੇ ਔਰ ਸਾਡੇ ਬੱਚਿਆਂ ਦੇ ਪਵੇ। 1947 ਸਾਲ ਇਸ ਚੀਜ਼ ਦੀ ਉਹਨਾਂ ਨੂੰ ਕੀਮਤ ਦੇਣੀ ਪਈ। ਸੰਨ 70 ਦੇ ਵਿੱਚ ਜਾ ਕੇ ਉਸ ਮੰਦਿਰ ਦੇ ਉੱਤੇ ਇੱਟ ਦੇ ਉੱਤੇ ਉਹਨੇ ਇੱਟ ਨਹੀਂ ਰਹਿਣ ਦਿੱਤੀ। ਰੋਮਨ ਟਾਈਟਸ ਜਿਹੜਾ ਉੱਥੇ ਆਇਆ ਸੀ,
ਔਰ ਖੂਨ ਦੇ ਪਰਨਾਲੇ ਵਗਦੇ ਪਏ ਸੀ ਜਿਸਲੇ ਉਹਨੇ ਮੰਦਰ ਦੇ ਉੱਤੇ ਹਮਲਾ ਕੀਤਾ। ਉਸ ਤੋਂ ਬਾਅਦ ਸਾਨੂੰ ਹਿਸਟਰੀ ਦੇ ਵਿੱਚ ਬਹੁਤ ਕੁਛ ਇਹਨਾਂ ਨੂੰ ਕਿਸੇ ਕੰਟਰੀ ਦੇ ਵਿੱਚ ਢੋਈ ਨਹੀਂ ਮਿਲਦੀ ਪਈ ਸੀ। ਔਰ ਫਿਰ ਜਿਸਲੇ ਅਸੀਂ ਫਸਟ ਵਰਲਡ ਵਾਰ ਸੈਕੰਡ ਵਰਲਡ ਵਾਰ ਦੇ ਵਿੱਚ ਆਉਂਦੇ ਹਾਂ ਤੇ ਹਿਟਲਰ ਨੇ ਭੱਠੀਆਂ ਦੇ ਵਿੱਚ ਪਾ ਕੇ ਇਹਨਾਂ ਨੂੰ ਫੂਕਿਆ ਸੀ। ਇਹ ਸਜ਼ਾ ਇਹਨਾਂ ਨੂੰ ਮਿਲੀ ਸੀ। ਪਰ ਪ੍ਰਭੂ ਫਿਰ ਵੀ ਦਿਆਲੂ। ਦਾਨੀਏਲ ਦੀ ਪੋਥੀ ਦੇ ਅਨੁਸਾਰ ਜਿੱਦਾਂ ਉਸਨੇ ਕਿਹਾ ਸੀ ਕਿ ਮੈਂ ਇੱਕ ਵਾਰ ਫਿਰ ਇਜ਼ਰਾਈਲ ਨੂੰ ਬਸਾਵਾਂਗਾ, ਮੁਰਦਿਆਂ ਦੇ ਵਿੱਚ ਇੱਕ ਵਾਰ ਫਿਰ ਜਾਨ ਪਾਵਾਂਗਾ। ਇਜ਼ੀਕੀਏਲ ਦੇ ਰਾਹੀਂ ਉਹਨੇ ਕਿਹਾ ਸੀ। ਪ੍ਰਭੂ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ। ਦਾਨੀਏਲ ਦੇ ਵਿੱਚ ਸਾਨੂੰ ਸਮਾਂ ਦੱਸਿਆ ਗਿਆ ਕਿ ਕਦੋਂ ਹੋਏਗਾ। ਬਿਲਕੁਲ ਉਸੇ ਸਮੇਂ ਦੇ ਉੱਤੇ ਇਜ਼ਰਾਈਲ ਦੀ ਸੰਸਥਾਪਨਾ ਦੁਆਰਾ ਹੋਈ, ਉਹਨਾਂ ਨੂੰ ਆਪਣਾ ਦੇਸ਼ ਮਿਲਿਆ। ਔਰ ਇਹ ਕਹਿ ਦੇਣਾ ਸੌਖਾ ਆ ਕਿ ਜੋ ਹੋਊ ਦੇਖੀ ਜਾਓ, ਪਰ ਇਸ ਦਾ ਜਿਹੜਾ ਫਿਊਚਰ ਦੇ ਵਿੱਚ ਜਾ ਕੇ ਕੀਮਤ ਦੇਣੀ ਪੈਂਦੀ ਆ, ਉਹ ਫਿਰ ਔਖੀ ਆ, ਉਹ ਫਿਰ ਔਖੀ ਆ। ਅੱਗੇ ਅਸੀਂ ਹੁਣ 27 ਆਇਤ ਤੋਂ ਲੈ ਕੇ ਅਸੀਂ ਪੜਾਂਗੇ 31 ਆਇਤ ਤੱਕ। ਜਿਸ ਨੂੰ ਮਿਲ ਜਾਏ। ਮੈਂ ਪੜ੍ਹਦੀ ਹਾਂ ਜੀ। Go ahead. ਸਿਪਾਹੀਆਂ ਦਾ ਪ੍ਰਭੂ ਯਿਸੂ ਨੂੰ ਠੱਠੇ ਕਰਨਾ। ਫਿਰ ਰਾਜਪਾਲ ਦੇ ਸਿਪਾਹੀ ਯਿਸੂ ਨੂੰ ਰਾਜਪਾਲ ਦੇ ਮਹਿਲ ਵਿੱਚ ਲੈ ਗਏ ਅਤੇ ਉਹਨਾਂ ਉੱਥੇ ਆਪਣੇ ਸਭ ਸਾਥੀ ਫੌਜੀਆਂ ਨੂੰ ਵੀ ਸੱਦ ਲਿਆ। ਸਿਪਾਹੀਆਂ ਨੇ ਯਿਸੂ ਦੇ ਕੱਪੜੇ ਉਤਾਰ ਦਿੱਤੇ ਤੇ ਉਹਨਾਂ ਨੂੰ ਗੁਲਨਾਰੀ ਰੰਗ ਦਾ ਚੋਗਾ ਪਹਿਨਾ ਦਿੱਤਾ। ਫਿਰ ਸਿਪਾਹੀਆਂ ਨੇ ਇੱਕ ਕੰਡਿਆਂ ਦਾ ਤਾਜ ਬਣਾ ਕੇ ਯਿਸੂ ਦੇ ਸਿਰ ਤੇ ਰੱਖਿਆ ਅਤੇ ਉਹਨਾਂ ਦੇ ਸੱਜੇ ਹੱਥ ਵਿੱਚ ਇੱਕ ਕਾਨਾ ਫੜਾਇਆ। ਉਹ ਗੋਡੇ ਟੇਕ ਕੇ ਯਿਸੂ ਦੇ ਅੱਗੇ ਮਖੌਲ ਦੇ ਤੌਰ ਤੇ ਇਹ ਕਹਿ ਕੇ ਸਲਾਮੀ ਦੇਣ ਲੱਗੇ, ਯਹੂਦੀਆਂ ਦੇ ਰਾਜੇ ਦੀ ਜੈ ਹੋ। ਉਹਨਾਂ ਨੇ ਯਿਸੂ ਦੇ ਉੱਤੇ ਥੁੱਕਿਆ ਅਤੇ ਇੱਕ ਕਾਨਾ ਲੈ ਕੇ ਉਹਨਾਂ ਦੇ ਸਿਰ ਦੇ ਮਾਰਿਆ। ਇਸ ਤਰ੍ਹਾਂ ਜਦੋਂ ਉਹ ਯਿਸੂ ਨੂੰ ਠੱਠੇ ਕਰ ਹਟੇ ਤਾਂ ਉਹਨਾਂ ਗੁਲਨਾਰੀ ਰੰਗ ਦਾ ਚੋਗਾ ਲਾ ਲਿਆ ਅਤੇ ਉਹਨਾਂ ਦੇ ਕੱਪੜੇ ਪਹਿਨਾ ਦਿੱਤੇ। ਫਿਰ ਉਹ ਯਿਸੂ ਨੂੰ ਸਲੀਬ ਉੱਤੇ ਚੜਾਉਣ ਦੇ ਲਈ ਬਾਹਰ ਲੈ ਗਏ। ਕਿਉਂਕਿ ਉਸ ਦੇ ਉੱਤੇ ਪ੍ਰਭੂ ਯਿਸੂ ਮਸੀਹ ਦੇ ਉੱਤੇ ਦੋਸ਼ ਇਹ ਹੈ ਕਿ ਉਸਨੇ ਆਪਣੇ ਆਪ ਨੂੰ ਉਸਨੇ ਯਹੂਦੀਆਂ ਦਾ ਰਾਜਾ ਨਹੀਂ ਕਿਹਾ, ਉਸਨੇ ਆਪਣੇ ਆਪ ਨੂੰ ਐਕਚੁਅਲੀ ਸੰਸਾਰ ਦਾ ਰਾਜਾ ਕਿਹਾ ਹੈ। ਲੇਕਿਨ ਉਸ ਸਮੇਂ ਉਸ ਦੇ ਉੱਤੇ ਜਿਹੜਾ ਇਲਜ਼ਾਮ ਆ ਉਹ ਇਹ ਆ ਕਿ ਇਸਨੇ ਆਪਣੇ ਆਪ ਨੂੰ ਸੀਜ਼ਰ ਦੇ ਬਰਾਬਰ ਬਣਾਇਆ, ਔਰ ਸੀਜ਼ਰ ਦੇ ਬਰਾਬਰ ਆਪਣੇ ਆਪ ਨੂੰ ਕੋਈ ਨਹੀਂ ਕਹਿ ਸਕਦਾ। ਸੋ ਪਿਲਾਤੁਸ ਨੂੰ ਕੋਈ ਨਾ ਕੋਈ ਤਾਂ ਜ਼ੁਲਮ ਉਹਦੇ ਉੱਤੇ ਲਾਉਣਾ ਹੀ ਪੈਣਾ ਨੇ ਕਿ ਇਹਨੇ ਕੀ ਕਿਹਾ ਹੈ। ਸੋ ਸਿਪਾਹੀਆਂ ਨੇ ਉਸ ਚੀਜ਼ ਦਾ ਜਿਸਲੇ ਉਹਦਾ ਜਿਹੜਾ ਲਿਖਿਆ ਜੁਰਮ ਆਇਆ ਤੇ ਉਹਨਾਂ ਨੇ ਫਿਰ ਇੱਕ ਗੁਲਨਾਰੀ ਕੱਪੜਾ ਲਿਆ ਕੇ ਪ੍ਰਭੂ ਯਿਸੂ ਦੇ ਪਾਇਆ, ਫਿਰ ਉਸ ਨੂੰ ਸਲਾਮਾਂ ਦਿੱਤੀਆਂ। ਇਹ ਨਾ ਯੂਜ਼ ਕਰੀ। I won't, but it's so pretty. Yeah, ਦੋ ਤਿੱਖਾ। I can cut the finger in 2 pieces. ਔਰ ਫਿਰ ਉਹਨਾਂ ਨੇ ਪ੍ਰਭੂ ਯਿਸੂ ਤੋਂ ਉਹ ਚੋਗਾ ਲਾ ਲਿਆ ਔਰ ਫਿਰ ਉਹਨਾਂ ਨੂੰ ਸਲੀਬ ਦੇ ਉੱਤੇ ਲੈ ਗਏ। ਇੰਨੀਆਂ ਚੀਜ਼ਾਂ ਦੇ ਵਿੱਚ ਦੀ ਇੰਨੀ ਜ਼ਿਲਤ ਦੇ ਵਿੱਚ ਦੀ ਨਿਕਲਣਾ ਪਿਆ ਪ੍ਰਭੂ ਨੂੰ। ਮੁਕਤੀ ਇੰਨੀ ਸਸਤੀ ਨਹੀਂ, ਕੀਮਤ ਦਿੱਤੀ ਹੈ, ਕੀਮਤ ਦਿੱਤੀ ਹੈ। 45 ਆਇਤ ਦੇ ਵਿੱਚ ਆ ਜਾਓ। 45 ਤੋਂ ਹੁਣ ਅਸੀਂ ਇਸ ਨੂੰ ਬੇਸਿਕਲੀ 56 ਤੱਕ ਦੇਖਾਂਗੇ। Go ahead, ਮੇਰੇ ਪ੍ਰਭੂ ਯਿਸੂ ਦੀ ਮੌਤ। ਜਦੋਂ ਦੁਪਹਿਰਾਂ ਹੋਈਆਂ ਤਾਂ ਸਾਰੇ ਦੇਸ਼ ਉੱਤੇ ਹਨੇਰਾ ਛਾ ਗਿਆ
ਅਤੇ ਦਿਨ ਦੇ ਤੀਜੇ ਪਹਿਰ ਤੱਕ ਰਿਹਾ। ਤੀਜੇ ਪਹਿਰ ਯਿਸੂ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, ਏਲੀ ਏਲੀ ਲਾਮਾ ਸਬਕਤਨੀ, ਜਿਸ ਦਾ ਅਰਥ ਹੈ, ਹੇ ਮੇਰੇ ਪਰਮੇਸ਼ਵਰ, ਤੂੰ ਮੈਨੂੰ ਕਿਉਂ ਛੱਡ ਦਿੱਤਾ ਹੈ। ਜੋ ਉੱਥੇ ਲਾਗੇ ਖੜੇ ਸਨ ਉਹਨਾਂ ਨੇ ਸੁਣਿਆ ਤੇ ਉਹਨਾਂ ਵਿੱਚੋਂ ਕੁਝ ਬੋਲੇ, ਦੇਖੋ ਉਹ ਏਲੀਆ ਨੂੰ ਸੱਦ ਰਿਹਾ ਹੈ। ਉਹਨਾਂ ਵਿੱਚੋਂ ਇੱਕ ਨੇ ਦੌੜ ਕੇ ਇੱਕ ਸਪੰਜ ਨੂੰ ਖੱਟੀ ਸ਼ਰਾਬ ਵਿੱਚ ਡੋਬਿਆ ਤੇ ਯਿਸੂ ਦੇ ਮੂੰਹ ਨੂੰ ਲਾ ਦਿੱਤਾ। ਪਰ ਦੂਜੇ ਬੋਲੇ, ਠਹਿਰ, ਭਲਾ ਦੇਖਦੇ ਹਾਂ ਕਿ ਏਲੀਆ ਇਸ ਨੂੰ ਬਚਾਉਣ ਆਉਂਦਾ ਹੈ। ਪਰ ਯਿਸੂ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਪ੍ਰਾਣ ਤਿਆਗ ਦਿੱਤੇ। ਉਸੇ ਵੇਲੇ ਮੰਦਿਰ ਦੇ ਅੰਦਰ ਦਾ ਪਰਦਾ ਉੱਤੋਂ ਤੋਂ ਹੇਠਾਂ ਤੱਕ ਪਾਟ ਗਿਆ। ਧਰਤੀ ਹਿੱਲ ਗਈ ਅਤੇ ਚਟਾਨਾਂ ਪਾਟ ਗਈਆਂ। ਕਬਰਾਂ ਖੁੱਲ ਗਈਆਂ ਅਤੇ ਬਹੁਤ ਸਾਰੇ ਪਰਮੇਸ਼ਵਰ ਦੇ ਭਗਤ ਜ਼ਿੰਦਾ ਹੋ ਗਏ ਜੋ ਮਰ ਗਏ ਸਨ। ਉਹ ਯਿਸੂ ਦੇ ਜੀ ਉੱਠਣ ਪਿੱਛੋਂ ਕਬਰਾਂ ਨੂੰ ਛੱਡ ਕੇ ਪਵਿੱਤਰ ਸ਼ਹਿਰ ਵਿੱਚ ਗਏ ਅਤੇ ਬਹੁਤਿਆਂ ਨੂੰ ਦਿਖਾਈ ਦਿੱਤੇ। ਜਦੋਂ ਅਫਸਰ ਅਤੇ ਉਸਦੇ ਨਾਲਦਿਆਂ ਨੇ, ਜੋ ਉਸ ਵੇਲੇ ਯਿਸੂ ਤੇ ਪਹਿਰਾ ਦੇ ਰਹੇ ਸਨ, ਧਰਤੀ ਹਿਲਦੀ ਦੇਖੀ ਅਤੇ ਸਭ ਹੁੰਦਾ ਦੇਖਿਆ ਤਾਂ ਉਹ ਬਹੁਤ ਡਰ ਗਏ। ਉਹ ਬੋਲੇ, ਇਹ ਸੱਚਮੁੱਚ ਹੀ ਪਰਮੇਸ਼ਵਰ ਦਾ ਪੁੱਤਰ ਸੀ। ਬਹੁਤ ਸਾਰੀਆਂ ਔਰਤਾਂ ਉੱਥੇ ਉਸ ਵੇਲੇ ਕੁਝ ਦੂਰੀ ਤੇ ਖੜੀਆਂ ਇਹ ਦੇਖ ਰਹੀਆਂ ਸਨ। ਉਹ ਯਿਸੂ ਦੇ ਪਿੱਛੇ ਗਲੀਲ ਤੋਂ ਆਈਆਂ ਸਨ ਅਤੇ ਉਹਨਾਂ ਦੀ ਸੇਵਾ ਕਰਦੀਆਂ ਸਨ। ਉਹਨਾਂ ਵਿੱਚ ਮਰੀਅਮ ਮਗਦਲੀਨੀ, ਯਾਕੂਬ ਤੇ ਯੂਸਫ ਦੀ ਮਾਂ ਮਰੀਅਮ ਅਤੇ ਜ਼ਬਦੀ ਦੀ ਪਤਨੀ ਵੀ ਸਨ। ਜ਼ਬਦੀ ਦੀ ਪਤਨੀ ਵੀ ਸਨ। ਸਭ ਤੋਂ ਪਹਿਲਾਂ ਇੱਥੇ ਅਸੀਂ ਇਹ ਦੇਖਦੇ ਪਏ ਹਾਂ ਕਿ ਇੱਥੇ ਇੱਕ ਗਰੁੱਪ ਖੜਾ ਜਿਹੜਾ ਸਿਰਫ ਭੈਣਾਂ ਦਾ ਹੈ, ਔਰ ਪ੍ਰਭੂ ਨੇ ਇਹ ਜਿਹੜਾ ਪਾਪ ਉਹਨਾਂ ਤੇ ਕਲੰਕ ਲੱਗਾ ਸੀ ਉਹ ਧੋਤਾ। ਲੇਕਿਨ ਇੱਥੇ ਜਿਹੜੀ ਸਭ ਤੋਂ ਵੱਡੀ ਚੀਜ਼ ਆ ਉਹ ਹੈ ਮੰਦਿਰ ਦਾ ਪਰਦਾ, ਜਿਹੜਾ ਉੱਪਰੋਂ ਲੈ ਕੇ ਹੇਠਾਂ ਤੱਕ ਫਟ ਗਿਆ ਨਾ। ਕਰਟਨ ਤਾਂ ਸਾਡੇ ਸਾਰਿਆਂ ਦੇ ਘਰ ਚ ਲੱਗੇ ਹੋਆ, ਪਰ ਮੰਦਿਰ ਦਾ ਪਰਦਾ ਏਦਾਂ ਦਾ ਨਹੀਂ ਸੀਗਾ। ਮੰਦਿਰ ਦੇ ਪਰਦੇ ਦਾ ਜਿਹੜਾ ਭਾਰ ਸੀ ਘੱਟ ਤੋਂ ਘੱਟ 1 ਕੁਇੰਟਲ ਤੋਂ ਉੱਤੇ ਸੀ, ਔਰ ਉਸਦਾ ਜਿਹੜਾ ਜਿਸ ਤਰ੍ਹਾਂ ਕਿ ਸਾਡੇ ਤਾਂ ਪਤਲੇ ਪਤਲੇ ਕਰਟਨ ਹੁੰਦੇ ਆ ਨਾ, ਲੇਕਿਨ ਉਹ ਇਸ ਚੱਪੇ, ਜਿੱਦਾਂ ਮੇਰਾ ਆਹ ਚੱਪਾ ਐਡਾ ਮੋਟਾ, ਜਿਸ ਦੇ ਵਿੱਚ ਸੋਨੇ ਦੀਆਂ ਤਾਰਾਂ ਸਾਰਾ ਕੁਛ ਬੁਣਿਆ ਹੁੰਦਾ ਸੀ, ਉਹ ਮੰਦਿਰ ਦਾ ਪਰਦਾ ਸੀ। ਔਰ ਉਹ ਪਰਦਾ ਉੱਪਰੋਂ ਲੈ ਕੇ, ਇੱਥੇ ਜਿਹੜੀ ਆਇਤ ਦੇਖਣ ਵਾਲੀ ਆ, ਉੱਪਰੋਂ ਲੈ ਕੇ ਹੇਠਾਂ ਤੱਕ ਪਾਟ ਗਿਆ। ਕਿਹਨੇ ਪਾੜਿਆ? ਜਿਹਨੇ ਲਾਇਆ ਸੀ। ਔਰ ਕੱਲ ਨੂੰ ਅਸੀਂ ਇਸ ਦੇ ਬਾਰੇ ਦੇਖਾਂਗੇ, ਇਸ ਚੀਜ਼ ਦੇ ਉੱਤੇ ਆਪਣਾ ਸਾਰਾ ਧਿਆਨ ਦੇਵਾਂਗੇ। ਤਾਂ ਉਸ ਪਰਦੇ ਦੇ ਦੂਜੇ ਪਾਰ ਹੈ ਕੀ? ਜਿਹੜਾ ਪਾੜਿਆ ਗਿਆ, ਜਿਹੜਾ ਦਰਵਾਜ਼ਾ ਸਾਡੇ ਲਈ ਖੋਲਿਆ ਗਿਆ, ਉਹਦੇ ਦੂਸਰੇ ਪਾਸੇ ਕੀ ਹੈ? ਕਿਉਂ ਖੋਲਿਆ ਗਿਆ? ਸੋ ਕੱਲ ਨੂੰ ਅਸੀਂ ਇਹਨਾਂ ਚੀਜ਼ਾਂ ਨੂੰ ਦੇਖਾਂਗੇ। ਲੇਕਿਨ ਕਬਰਾਂ ਖੁੱਲ ਗਈਆਂ, ਚਟਾਨਾਂ ਪਾਟ ਗਈਆਂ, ਔਰ ਬਹੁਤ ਸਾਰੇ ਪ੍ਰਭੂ ਦੇ ਭਗਤ ਮੁੜ ਕੇ ਜਿਉਂਦੇ ਹੋ ਗਏ, ਔਰ ਬਹੁਤ ਸਾਰਿਆਂ ਲੋਕਾਂ ਨੂੰ ਮਿਲੇ, ਦਰਸ਼ਨ ਦਿੱਤੇ। ਇਹ ਹੈ ਸਲੀਬ ਦਾ ਮਕਸਦ। ਇਹ ਸਲੀਬ ਦਾ ਮਕਸਦ ਪੂਰਾ ਹੋ ਰਿਹਾ। ਇਹ ਹੈ ਜਿਸਨੇ ਕਿਹਾ ਸੀ ਕਿ ਆਈ ਐਮ ਦ ਰੈਜ਼ਰੈਕਸ਼ਨ ਐਂਡ ਲਾਈਫ, ਮੈਂ ਹੀ ਪੁਨਰੁਥਾਨ ਹਾਂ, ਮੈਂ ਹੀ ਜ਼ਿੰਦਗੀ ਹਾਂ। ਔਰ ਉੱਥੋਂ ਸ਼ੁਰੂ ਕੀਤੀ ਸੀ ਉਸਨੇ ਆਪਣੀ ਯਾਤਰਾ, 7 ਦਿਨ ਦੀ ਯਾਤਰਾ। ਔਰ ਅੱਜ 5ਵਾਂ ਦਿਨ। ਸੋ ਲਾਜ਼ਰ ਹੀ ਜਿੰਦਾ ਨਹੀਂ ਹੋਇਆ। ਬਹੁਤ ਸਾਰੇ ਪਹਿਲਾਂ ਜਿਹੜੇ ਲਾਜ਼ਰ ਤੋਂ ਪਹਿਲਾਂ ਵੀ ਜਿਹੜੇ ਜਾ ਚੁੱਕੇ ਸੀ, ਉਹ ਵੀ ਜਿਉਂਦੇ ਹੋਏ, ਉਹ ਵੀ ਜਿਉਂਦੇ ਹੋਏ, ਤਾਂ ਕਿ ਉਹ ਗਵਾਹੀ ਦੇ ਸਕਣ ਔਰ ਉਹ ਬਹੁਤਿਆਂ ਨੂੰ ਮਿਲੇ, ਬਹੁਤਿਆਂ ਦੇ ਲਈ ਉਹ ਬਰਕਤ ਦਾ ਕਾਰਨ ਬਣੇ। ਪ੍ਰਭੂ ਦਾ ਅਸੀਂ ਸ਼ੁਕਰ ਕਰਦੇ ਹਾਂ ਜਿਸ ਨੇ ਸਾਨੂੰ ਆਪਣੇ ਰਹਿਮ ਦੇ ਕਾਰਨ, ਆਪਣੀ ਦਇਆ ਦੇ ਕਾਰਨ ਚੁਣਿਆ। ਕੀ ਕੀਤਾ ਅਸੀਂ ਉਸ ਨੂੰ ਪਾਉਣ ਦੇ ਲਈ? ਪਰ ਉਹਨੇ ਕੀ ਕੁਛ ਕੀਤਾ? ਧਰਤੀ ਦੀਆਂ ਨੀਹਾਂ ਰੱਖਣ ਤੋਂ ਪਹਿਲਾਂ ਉਸਨੇ ਸਾਨੂੰ ਆਪਣੇ ਕਰਨ ਦੇ ਲਈ ਚੁਣ ਲਿਆ ਸੀ। ਬਹੁਤ ਵੈਲਿਊ ਆ
ਪ੍ਰਭੂ ਦੇ ਲੋਕੋ, ਤੁਹਾਡੀ ਬਹੁਤ ਵੈਲਿਊ ਆ, ਬਹੁਤ ਕੀਮਤੀ ਆ, ਤੁਸੀਂ ਬੜੇ ਕੀਮਤੀ ਆ ਅਸੀਂ, ਜਿਨ੍ਹਾਂ ਨੂੰ ਏਦਾਂ ਦੀ ਕੀਮਤ ਦੇ ਕੇ ਖਰੀਦਿਆ ਗਿਆ, ਏਦਾਂ ਦੀ ਕੀਮਤ ਦੇ ਕੇ ਖਰੀਦਿਆ ਗਿਆ, ਜਿਸ ਵੇਲੇ ਉਪਾਗ ਦੇ ਵਿੱਚ ਹੀ ਸੀਗੇ ਤੇ ਦੂਸਰੇ ਨੇ, ਪਤਰਸ ਨੇ ਤਲਵਾਰ ਚਲਾਈ ਸੀ ਔਰ ਉਸਨੇ ਇੱਕ ਸੇਵਾਦਾਰ ਦਾ ਕੰਨ ਵੱਢ ਦਿੱਤਾ ਸੀ। ਪ੍ਰਭੂ ਨੇ ਕਿਹਾ, ਆਪਣੀ ਤਲਵਾਰ ਆਪਣੇ ਕੋਲ ਰੱਖ। ਬਾਪ ਨੇ 12 ਦਮਨ ਫਰਿਸ਼ਤਿਆਂ ਨੂੰ ਹੁਕਮ ਦਿੱਤਾ ਆ, ਉਹ ਤਿਆਰ ਖੜੇ ਆ, ਮੈਨੂੰ ਸਿਰਫ ਇੱਕ ਵਾਰੀ ਕਹਿਣ ਦੀ ਲੋੜ ਆ। ਪ੍ਰਭੂ ਉੱਥੇ ਹੀ ਕਹਿ ਸਕਦਾ ਸੀ, ਇਟ ਇਜ਼ ਫਿਨਿਸ਼ਡ, ਤੇ ਉਸ ਦੇ ਨਾਲ ਜਿਹੜੀ ਧਰਤੀ ਆ ਉਦਾਂ ਹੀ ਬਰਾਨ ਹੋ ਜਾਂਦੀ, ਜਿੱਦਾਂ ਬਾਕੀ ਦੇ ਗ੍ਰਹਿ ਸਾਡੇ ਆਲੇ ਦੁਆਲੇ ਘੁੰਮਦੇ ਪਏ ਆ, ਟੱਕਰਾਂ ਮਾਰਦੇ ਪਏ। ਅਸੀਂ ਇੰਨਾ ਪੈਸਾ ਖਰਚ ਕੇ ਕਦੀ ਕਿਤੇ ਘੱਲ ਦਿੰਦੇ, ਕਦੀ ਕਿਤੇ ਪ੍ਰਭੂ ਘੱਲ ਦਿੰਦੇ, ਖਾਲੀ ਪਈਆਂ ਜ਼ਿੰਦਗੀ ਲੱਭਦੇ ਪਏ, ਅਸਲ ਦੇ ਵਿੱਚ ਕੁਛ ਨਹੀਂ ਲੱਭਦਾ ਪਿਆ। ਏਦਾਂ ਦੀ ਬਰਾਨ ਧਰਤੀ ਹੋ ਜਾਣੀ ਸੀ, ਲੇਕਿਨ ਪ੍ਰਭੂ ਨੇ ਨਹੀਂ ਕਿਹਾ। ਇੱਕ ਫਰਿਸ਼ਤੇ ਨੇ 1,76,000 ਮਾਰ ਦਿੱਤੇ ਸੀ। ਜੇ 12 ਤਮਨ ਆਉਂਦੇ ਤਾਂ ਕੀ ਹਾਲ ਹੁੰਦਾ? ਇੱਕ ਤਮਨ ਦੇ ਵਿੱਚ 2500 ਫਰਿਸ਼ਤਾ। ਔਰ ਅਸੀਂ ਇੱਕ ਵਾਰੀ ਹਿਸਾਬ ਲਾਇਆ ਸੀ ਕਿ ਉਹ ਇੱਕ ਰਾਤ ਦੇ ਵਿੱਚ 7 ਬਿਲੀਅਨ ਲੋਕਾਂ ਨੂੰ ਮਾਰ ਸਕਦੇ ਸੀ, ਪਰ ਫਿਰ ਵੀ ਉਹਨਾਂ ਦੇ ਹੱਥਾਂ ਦੇ ਵਿੱਚ ਕਾਫੀ ਸਮਾਂ ਸੀ। ਪ੍ਰਭੂ ਦਾ ਸ਼ੁਕਰ, ਪ੍ਰਭੂ ਦਾ ਸ਼ੁਕਰ ਹੈ ਜਿਸ ਨੇ ਸਾਨੂੰ ਇਸ ਜਗਤ ਨੂੰ ਉਸ ਵੇਲੇ ਜ਼ਿੰਦਗੀ ਦਿੱਤੀ, ਔਰ ਫਿਰ ਉਸਨੇ ਆਪਣੀ ਜ਼ਿੰਦਗੀ ਦੇ ਕੇ ਸਾਨੂੰ ਜ਼ਿੰਦਗੀ ਦਿੱਤੀ। ਸੋ ਕੱਲ ਨੂੰ ਅਸੀਂ ਇਸ ਖੁੱਲੇ ਦਰਵਾਜ਼ੇ ਦੇ ਲਾਗੇ ਜਾਵਾਂਗੇ ਔਰ ਦੇਖਾਂਗੇ ਕਿ ਇਹਦੇ ਅੰਦਰ ਕੀ ਹੈ। ਆਓ ਦੁਆ ਕਰੀਏ। ਪ੍ਰਭੂ ਜੀ, ਤੇਰਾ ਬਹੁਤ ਸ਼ੁਕਰ ਕਰਦੇ ਹਾਂ ਅੱਜ ਦੇ ਦਿਨ ਦੇ ਲਈ। ਤੂੰ ਮਹਾਨ। ਇਹ ਮੇਰਾ ਸਰੀਰ ਜੋ ਤੁਹਾਡੇ ਲਈ ਤੋੜਿਆ ਜਾਂਦਾ, ਔਰ ਇਹ ਮੇਰਾ ਲਹੂ ਜੋ ਤੁਹਾਡੇ ਲਈ ਬਹਾਇਆ ਜਾਂਦਾ। ਤੇਰਾ ਸ਼ੁਕਰ ਪ੍ਰਭੂ ਜੀ, ਆਪਣੇ ਸਰੀਰ ਦੇ ਰਾਹੀਂ ਤੂੰ ਸਾਨੂੰ ਤਾਕਤ ਦਿੱਤੀ, ਲਹੂ ਦੇ ਰਾਹੀਂ ਤੂੰ ਸਾਨੂੰ ਧੋਤਾ। ਤੇਰਾ ਪਿਆਰ ਮਹਾਨ ਆ, ਤੇਰੀ ਦਇਆ ਮਹਾਨ ਆ। ਪ੍ਰਭੂ ਜੀ, ਤੇਰਾ ਸ਼ੁਕਰ ਕਰਦੇ ਹਾਂ। ਅੱਜ ਅਸੀਂ ਖੁਦਾਵੰਦ ਉਹਨਾਂ ਸਭ ਚੀਜ਼ਾਂ ਨੂੰ ਸਵੀਕਾਰ ਕਰਦੇ ਹਾਂ ਜੋ ਪ੍ਰਭੂ ਜੀ ਸਾਡੀ ਜ਼ਿੰਦਗੀ ਦੇ ਵਿੱਚ ਤੂੰ ਕੀਤੀਆਂ, ਔਰ ਇਸ ਪਿਆਰ ਦੇ ਕਾਰਨ ਕੀਤੀਆਂ। ਔਰ ਪ੍ਰਭੂ ਜੀ, ਉਸ ਆਉਣ ਵਾਲੇ ਸਮੇਂ ਦੇ ਲਈ ਵੀ ਅਸੀਂ ਤੇਰਾ ਸ਼ੁਕਰ ਕਰਦੇ ਹਾਂ ਕਿ ਸਾਨੂੰ ਪਤਾ ਕਿ ਅਸੀਂ ਉਸ ਹੱਥ ਦੇ ਵਿੱਚ ਜੋ ਸਾਨੂੰ ਕਦੀ ਨਹੀਂ ਛੱਡੇਗਾ। ਪਿਆਰੇ ਪ੍ਰਭੂ, ਅਸੀਂ ਤੇਰਾ ਸ਼ੁਕਰ ਕਰਦੇ ਹਾਂ। ਇਹ ਛਵੀ ਜੋ ਪ੍ਰਭੂ ਜੀ ਤੇਰੀ ਕੀਮਤ ਦੀ ਸੀ, ਹਮੇਸ਼ਾ ਸਾਡੀਆਂ ਅੱਖਾਂ ਦੇ ਸਾਹਮਣੇ ਰਹੇ। ਕੀਮਤ ਭਾਰੀ ਸੀ, ਪਰ ਪਾਪ ਵੀ ਭਾਰੀ ਸੀ। ਤੇਰੇ ਤੋਂ ਸਿਵਾਏ ਹੋਰ ਕੁਝ ਛੁਟਕਾਰਾ ਦੇ ਨਹੀਂ ਸੀ ਸਕਦਾ, ਕਿਉਂਕਿ ਗੁਨਾਹ ਤੇਰੇ ਖਿਲਾਫ ਸੀ। ਸੋ ਕੀਮਤ ਵੀ ਤੇਰੇ ਵੱਲੋਂ ਆਈ, ਇਸ ਦੇ ਲਈ ਅਸੀਂ ਤੇਰਾ ਸ਼ੁਕਰ ਕਰਦੇ। ਪਿਆਰੇ ਪ੍ਰਭੂ, ਅਸੀਂ ਆਪਣੇ ਆਪ ਨੂੰ ਤੇਰੀ ਹਜ਼ੂਰੀ ਦੇ ਵਿੱਚ ਇਸ ਵੇਲੇ ਦਿੰਦੇ ਹਾਂ। ਤੇਰਾ ਰਹਿਮ, ਤੇਰੀ ਕੁਦਰਤ, ਤੇਰਾ ਪਿਆਰ, ਤੇਰਾ ਆਰਾਮ, ਤੇਰੀ ਸ਼ਾਂਤੀ ਹਮ ਸਾਡੇ ਸਭ ਦੇ ਨਾਲ ਬਣੀ ਰਹੇ। ਕੱਲ ਨੂੰ ਜਦ ਤੱਕ ਅਸੀਂ ਮਿਲੀਏ,
ਔਰ ਪ੍ਰਭੂ ਜੀ ਇਸ ਦਰਵਾਜ਼ੇ ਦੇ ਅੰਦਰ ਝਾਤੀ ਮਾਰੀਏ, ਤੂੰ ਸਾਨੂੰ ਸਭ ਨੂੰ ਸੰਭਾਲ ਕੇ ਰੱਖੀ, ਆਪਣੀ ਦਇਆ ਦੇ ਨਾਲ ਤੂੰ ਸਾਨੂੰ ਸੰਭਾਲ ਕੇ ਰੱਖੀ। ਇਹ ਸਭ ਕੁਝ ਅਸੀਂ ਆਪਣੇ ਪਿਆਰੇ ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਚ ਮੰਗਦੇ ਔਰ ਸਾਰੇ ਜਨ ਕਹਿਣ ਬਲੈਸ ਯੂ। ਖੁਦਾਵੰਦ ਤੁਹਾਨੂੰ ਬਹੁਤ ਬਰਕਤ ਦੇ। ਕੱਲ ਨੂੰ ਸੇਮ ਟਾਈਮ ਮਿਲਾਂਗੇ ਔਰ ਕੱਲ ਨੂੰ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਉਸ ਦਰਵਾਜ਼ੇ ਦੇ ਬਾਰੇ ਦੇਖਾਂਗੇ ਜੋ ਸਾਡੇ ਲਈ ਖੋਲਿਆ ਗਿਆ। ਬਲੈਸ ਯੂ।